ਦੇ ਵਿੱਚ ਦੇਖ ਲਓ, ਫੈਸਲਾ ਨਾ ਕਰ ਸਕਣਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਅਲਾਮਤ ਹੈ। ਗਲਤ ਫੈਸਲਾ ਨਾ ਹੋ ਜਾਵੇ ਉਸ ਡਰ ਤੋਂ ਕਈ ਲੋਕ ਫੈਸਲਾ ਨਹੀਂ ਕਰਦੇ, ਔਰ ਕਈ ਲੋਕ ਤਾਂ ਗਲਤ ਫੈਸਲੇ ਨੂੰ ਸਵੀਕਾਰਨ ਦਾ ਫੈਸਲਾ ਵੀ ਨਹੀਂ ਕਰ ਪਾਉਂਦੇ। ਔਰ ਇਹੋ ਜਿਹੇ ਲੋਕ ਕਿਸ ਪੋਜੀਸ਼ਨ ਤੇ ਹਨ ਉਸੇ ਲੈਵਲ ਦਾ ਨੁਕਸਾਨ ਕਰਦੇ ਨੇ। ਅਗਰ ਘਰ ਦਾ ਮੁਖੀ ਹੋਏ ਹੋਏ ਫੈਸਲੇ ਨੂੰ ਐਕਸੈਪਟ ਕਰਨ ਤੋਂ ਨਾ ਕਾਮਯਾਬ ਹੋ ਜਾਵੇ ਤਾਂ ਖਾਨਦਾਨ ਤਬਾਹ ਹੋ ਜਾਂਦੇ ਨੇ। ਠੀਕ ਉਸੇ ਤਰੀਕੇ ਨਾਲ ਸ਼ਹਿਰ, ਸੂਬਾ ਜਾਂ ਫੈਡਰਲ ਸਰਕਾਰਾਂ ਦੇ ਵਿੱਚ ਜਿਹੜੇ ਸਾਡੇ ਮੁਖੀ ਨੇ, ਪ੍ਰਧਾਨ ਮੰਤਰੀ, ਸੂਬਾ ਮੁੱਖ ਮੰਤਰੀ ਤੇ ਸ਼ਹਿਰ ਦੇ ਮੇਅਰ, ਅਗਰ ਉਹ ਐਕਸੈਪਟ ਨਾ ਕਰਨ ਤਾਂ ਤਰੱਕੀਆਂ ਤਾਂ ਰੁਕਦੀਆਂ, ਤਬਾਹੀ ਤਾਂ ਹੁੰਦੀ ਹੈ, ਜੱਗ ਹਸਾਈ ਵੀ ਹੁੰਦੀ ਹੈ। ਔਰ ਸਰੀ ਦੀ ਜਿਹੜੀ ਜੱਗ ਹਸਾਈ ਸਾਲ ਤੋਂ ਹੋ ਰਹੀ ਹੈ, ਅਸੀਂ ਉਹਨੂੰ ਬੜੀ ਅੱਛੀ ਤਰੀਕੇ ਨਾਲ ਦੇਖ ਰਹੇ ਹਾਂ। ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਇਸ ਗੱਲ ਦੇ ਚਰਚੇ ਨੇ ਕਿ ਹਾਂ ਸਰੀ ਸ਼ਹਿਰ ਆ ਜਿਹੜਾ ਉਸਦੇ ਵੱਡੀ ਵਸੂਆਂ ਬੜੀ ਤਰੱਕੀ ਕਰ ਰਿਹਾ, ਔਰ ਉੱਥੇ ਬਹੁ ਨਸਲੀ ਸਮਾਜ ਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਆਪਸ ਵਿੱਚ ਮਿਲ ਕੇ ਰਹਿ ਰਿਹਾ, ਔਰ ਉੱਥੇ ਨਾਲ ਹੀ ਨਾਲ ਕੁਝ ਕੁ ਲੋਕਾਂ ਦੀਆਂ ਆਪਣੀਆਂ ਖੁੰਦਸਾਂ ਮਟਾਉਣ, ਆਪਣੀਆਂ ਜਿੱਦਾਂ ਭਗਾਉਣ, ਆਪਣੀਆਂ ਚਲਾਕੀਆਂ ਨੇ ਜਿਹੜੀਆਂ ਉਹਨਾਂ ਦੀਆਂ ਖੇਡਾਂ ਨੇ ਸ਼ਹਿਰ ਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਲੂਸ ਵੀ ਕੱਢਿਆ ਹੋਇਆ। ਜਦੋਂ ਕਿਸੇ ਵੀ ਸ਼ਹਿਰ ਜਾਂ ਕਿਸੇ ਵੀ ਸਥਾਨ ਦੇ ਜਿਹੜੇ ਲੀਡਰ ਨੇ ਸਹੀ ਫੈਸਲੇ ਨੂੰ ਮੰਨਣਾ ਆਪਣੀ ਹੱਦ ਕ ਸਮਝਦੇ ਹੋਣ ਤਾਂ ਉੱਥੇ ਫਿਰ ਇਹ ਹਾਲ ਹੁੰਦੇ ਆ। ਮੈਂ ਮੰਨਦੀ ਹਾਂ ਧਾਰਨਾ ਕੁਝ ਕੁ ਇਹੋ ਜਿਹੇ ਲੋਕਾਂ ਦੇ ਉਹ ਬਦਨਾਮ ਹੋਣਗੇ ਤਾਂ ਕਿਆ ਨਾਮ ਨਾ ਹੋਗਾ, ਉਹਨੂੰ ਬੇਸ਼ਰਮੀ ਜੀ ਕਹਿੰਦੇ ਆ। ਕੋਈ ਵੀ ਵਿਅਕਤੀ ਜਿਸ ਲੈਵਲ ਦੇ ਉੱਤੇ ਫੈਸਲੇ ਲੈਣ ਵਾਲੇ ਸਥਾਨ ਦੇ ਉੱਤੇ ਬੈਠਾ ਹੋਇਆ, ਅਗਰ ਉਹ ਸਹੀ ਫੈਸਲੇ ਨਾ ਕਰਨ ਜਾਂ ਹੋਏ ਫੈਸਲਿਆਂ ਨੂੰ ਸਤਿਕਾਰ ਸਹਿਤ ਸਵੀਕਾਰ ਕਰਨ ਦੀ ਸਮਰੱਥਾ ਉਸ ਦੇ ਵਿੱਚ ਨਹੀਂ ਹੈ ਤਾਂ ਉਸੇ ਲੈਵਲ ਦੇ ਉੱਤੇ ਵੱਡਾ ਜਿਹੜਾ ਨੁਕਸਾਨ ਹੈ ਉਹ ਕਰਦਾ ਹੈ। ਰੱਬ ਕਰੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਫੇਸ ਕਰਨ ਦਾ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਮੌਕਾ ਨਾ ਮਿਲੇ, ਕਿਉਂਕਿ ਫੈਸਲੇ ਨਾ ਐਕਸੈਪਟ ਕਰ ਸਕਣਾ ਇਸ ਗੱਲ ਦਾ ਵੀ ਸਿੱਧਾ ਪ੍ਰਦਰਸ਼ਨ ਹੈ ਆਸ਼ਨ ਕਿ ਤੁਹਾਡੀ ਕਾਮਨ ਸੈਂਸ ਕੀ ਹੈ, ਤੁਹਾਡੀ ਦੂਰ ਦ੍ਰਿਸ਼ਟੀ ਕੀ ਹੈ। ਕੀ ਤੁਸੀਂ ਕਾਮਨ ਸੈਂਸ ਨੂੰ ਬਹਾਲ ਰੱਖਦੇ ਹੋਏ ਦੂਰ ਦ੍ਰਿਸ਼ਟੀ ਵਾਲੇ ਫੈਸਲੇ ਲੈ ਸਕਣ ਦੇ ਸਮਰੱਥ ਹੋ? ਕੀ ਤੁਸੀਂ ਭਾਵੀ ਆਉਣ ਵਾਲੇ ਦੂਰ ਦ੍ਰਿਸ਼ਟੀ ਦੇ ਸੰਬੰਧ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਭਾਵੀ ਮੁਸ਼ਕਲਾਂ ਨੇ ਉਹਨਾਂ ਨੂੰ ਤੁਸੀਂ ਪਹਿਲਾਂ ਭਾਂਪ ਸਕਦੇ ਹੋ? ਤੁਸੀਂ ਆਪਣੇ ਸਰੀ ਪੁਲਿਸ ਦੀ ਗੱਲ ਕੀਤੀ ਸੀ ਜੀ। ਸਰੀ ਪੁਲਿਸ ਦਾ ਫੈਸਲਾ ਇਹ ਕੋਈ ਇਹ ਨਹੀਂ ਹੈ ਵੀ ਇੱਕ ਨੂੰ ਨੀਚਾ ਦਿਖਾਉਣ ਵਾਲਾ ਹੈ। ਹਾਂਜੀ, 21ਵੀਂ ਸਦੀ ਦਾ ਤੀਜੇ ਦਹਾਕੇ ਦਾ ਤੀਜਾ ਸਾਲ ਜਾ ਰਿਹਾ ਹੈ। ਹਾਲਾਤ ਬਦਲ ਗਏ। ਕਦੇ ਅੱਗੇ ਮਾਨਸਿਕ ਸਮੱਸਿਆਵਾਂ ਨਹੀਂ ਸੀ ਹੁੰਦੀਆਂ, ਮੈਂਟਲ ਹੈਲਥ ਐਡਾ ਵੱਡਾ ਇਸ਼ੂ ਨਹੀਂ ਸੀ ਹੁੰਦਾ ਜਿਹੜਾ ਕਿ ਪੈਂਡੈਮਿਕ ਦੇ ਵਿੱਚ ਔਰ ਉਹ ਤੋਂ ਪਹਿਲਾਂ ਹੋਏ ਸ਼ੁਰੂਆਤੀ ਹਾਲਾਤਾਂ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਬਣ ਗਿਆ ਮੈਂਟਲ ਹੈਲਥ। ਔਰ ਸਾਡੀ ਜਿਹੜੀ RCMP ਆ ਉਹਦੇ ਵਿੱਚ ਮੈਂਟਲ ਹੈਲਥ ਦੇ ਨਾਲ ਸੰਬੰਧਿਤ ਕੋਈ ਵੀ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਵਾਲੇ ਰਿਸੋਰਸਿਸ ਹੈ ਨਹੀਂ ਗੇ। ਹਾਲਾਤ ਬਦਲੇ, ਲੋਕਾਂ ਦੀ ਜੀਵਨ ਜਾਂਚ ਬਦਲੀ ਹੈ, ਜੀਵਨ ਪ੍ਰਕਿਰਿਆ ਬਦਲੀ ਹੈ, ਉਹਨਾਂ ਦੇ ਮਸਲੇ ਬਦਲੇ ਨੇ। ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਬਹੁ ਪੱਧਰੀ ਲੈਵਲ ਦੇ ਉੱਤੇ ਸੁਲਝਿਆ ਜਾ ਸਕਦਾ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਨਵਾਂ ਮਾਡਲ ਹੈ ਜਿਹੜਾ ਸਰੀ ਪੁਲਿਸ ਸਰਵਿਸ ਦੇ ਰੂਪ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ, ਜਿਹਦੇ ਉੱਤੇ ਪੂਰੀ ਸਾਰੇ ਮੁਲਕ ਦੀਆਂ ਨਿਗਾਹਾਂ ਨੇ ਕਿ ਅਗਰ ਇਹ ਸਿਸਟਮ ਸੈਟਲ ਹੁੰਦਾ, ਬਿਹਤਰ ਹੁੰਦਾ ਹੈ, ਇਹਦੇ ਨਾਲ ਫੈਸਲੇ ਹੋਣ ਤੋਂ ਉਪਰੰਤ ਇਹਦੇ ਨਾਲ ਫਰਕ ਪੈਂਦਾ, ਕਮਿਊਨਿਟੀ ਜਿਹੜੀ ਸਾਡੀ ਪਬਲਿਕ ਸੇਫਟੀ ਹੈ ਉਹ ਬਿਹਤਰ ਹੁੰਦੀ ਆ, ਤਾਂ ਇਸ ਮਾਡਲ ਨੂੰ ਪੂਰੇ ਕੈਨੇਡਾ ਭਰ ਦੇ ਵਿੱਚ ਅਪਣਾਇਆ ਜਾਏਗਾ। ਹੋਇਆ ਕਿ ਕੁਝ ਕੁ ਦੀਆਂ ਚਲਾਕੀਆਂ, ਕੁਝ ਕੁ ਦੀਆਂ ਸ਼ਰਾਰਤਾਂ ਔਰ ਕੁਝ ਕੁ ਦੀਆਂ ਆਪਣੀਆਂ ਆਕੜਾਂ ਨੇ ਉਹ ਕੁੱਕੜ ਖੰਡਾਈ ਹੋਈ ਹੈ ਸਾਲ ਦੇ ਵਿੱਚ ਕਿ ਲੋਕਾਂ ਨੂੰ ਨਾਲੇ ਤਾਂ ਝੱਗੋਂ ਸ਼ਹਿਰ ਦਾ ਪੈਸਾ ਬਰਬਾਦ, ਸਮਾਂ ਬਰਬਾਦ, ਲੋਕਾਂ ਦੇ ਆਪਸੀ ਸੋਚਾਂ ਬਰਬਾਦ ਤੇ ਨਾਲ ਦੀ ਨਾਲ ਆਪਣਾ ਵੀ ਫਿਊਚਰ ਬਰਬਾਦ ਕੀਤਾ है। बिल्कुल, कई बार दीदी डिसीशंस फैसला ना मनने करके डिसीशंस बनाने के वक्त कई बार हम ये सोचते हैं कि डिसीजन गलत तो नहीं है, और किस तरह से आपको पता चलता है कि डिसीजंस गलत तो नहीं है?
कुछ एग्जांपल्स है, कहते हैं, you start thinking about how you can change yourself to make the idea work. Mhm. There's no flow in your decision. It feels forced. Mhm. You find yourself justifying the idea to yourself and probably others too. You can't stop thinking about it in an endless loop. You think it should be right and ignore the fact it doesn't feel right. You wonder if you can trust your feelings. Maybe you wish you didn't feel the way you do. Mhm. You're asking other people for their opinions. You're looking for examples of other people making the same choices as you, rather than going within and making sure it's right for you. So wrong decisions बनाने के बाद भी आपको बहुत सारे जो issues है उससे गुजरना पड़ता है. जी. और कई बार आप अपने आप को भी नहीं तसल्ली दे सकते हो कि ये डिसीजन सही है. Mhm. क्योंकि जब अगर हम पॉलिटिशियंस की बात करें तो हमें अपने अवाम को, अपने जनता को सामने रख कर डिसीजंस बनाना पड़ता है. और कई पर अगर आपने उनको नहीं एक्सेप्ट किया, अपने शहर के लोगों को या प्रोविंस के लोगों को या कनाडा के इस मुल्क के लोगों को उनके डिसीजंस उनके एक्सेप्ट करके नहीं बनाया तो आपके दिमाग में बहुत सारी बातें भी आएगी. Mhm. कि मैंने सही किया या गलत किया, या आई शुड हैव लिसन टू दैम. ये बार बार आपको सोच आएगा. और उस वक्त आप सोचेंगे कि मेरा डिसीजन क्या सही था. अगर आप एक ऑनेस्ट डिसीजन बनाना चाहते हो और आपसे गलत डिसीजन बना है तो आपके दिमाग में बार बार ये बात आएगा. फिर आप लोगों से भी पूछेंगे, ओपिनियंस भी लेंगे. इसका मतलब है कि डिसीजन बनाने के वक्त आपने कहीं पर कोई गलती की है. और जब आपको ये रियलाइज हो जाता है कि आपने डिसीजंस में कोई गलती की है, देन यू शुड करेक्ट इट. याद रखो, आफ्टर ऑल वी आर ऑल ह्यूमन बीइंग्स. गलतियां हमसे ही होगी. ऊपर वाला तो नहीं गलती करता है ना, हम ही गलती करेंगे और हम ही माफी मांगेंगे, हम ही उसको करेक्ट करेंगे. तो इसलिए अगर कोई गलत डिसीजन ले भी लिए, दैट्स नॉट द एंड ऑफ द वर्ल्ड. यू कैन करेक्ट इट. यू कैन एक्सेप्ट योर डिसीजन वाज रॉन्ग. You could have done better. You want to do better. These are the things that you have to understand. Kehte, what to do when you are not sure if you're making the wrong decision? तो कई बार हम कहते हैं कि there are no shortcuts to getting to know yourself and what's best for you, and no one can do it for you or me. You might try. कई बार हम लोग बहुत सारे काम डिसीजन बनाने से पहले बहुत कुछ सोचते हैं. आप मेडिटेट करते हो, आप अपने तरीके से जिस तरह से आपके ब्रेन रिलैक्स होता है वो करके फिर सोचते हो, फिर बार बार सोचते हो, फिर किसी के साथ बैठकर इसकी बातें करते हो. दैट्स द ओनली वे यू विल नो कि हाँ, यू आर मेकिंग द राइट डिसीजन. कई बार हम बहुत सारे सवाल भी पूछते हैं. व्हाट डू आई होप दिस नॉट क्वाइट राइट पर्सन, प्लान और सिचुएशन विल गिव मी? व्हाट डू आई फियर माइट हैपन इफ दिस डजंट वर्क? I don't achieve this, or this person or situation just isn't right for me. How do I want to feel? What are some other options for how I might achieve that? Is there any part of me that is seeking a happily ever after fantasy at this time, or that doesn't really want to see the truth? What might be different if it were safe to see the truth? ये सारी बातें, ये सारे सवाल बहुत बार हमारे जहन में आते हैं. एंड यू थिंक अबाउट इट एंड यू ओवर थिंक अबाउट इट. कई बार ट्रॉमा भी कॉज हो जाते हैं कि आप सोचते हो कि कहीं गलत ना कर तुम्हें. मेरे तो ये वोटर्स हैं, मेरे तो ये लिसनर्स हैं, मेरे तो ये लोग बड़े इम्पोर्टेंट हैं, अगर मैं ऐसे कर दूँ, डिसीजन इस तरह से ले लूँ, कहीं ये मुझसे नाराज़ ना हो जाए. उनके थॉट्स ये है. कई बार आपको एक स्केल की तरह उसे वे करना पड़ता है. And you have to come up with that scale and see कि हाँ, ऐसे करने से ये हो जाएगा, ऐसे करने से ये होगा, ऐसे करने से ये होगा. And then you make a better decision after that. ਅੱਛਾ ਨਾ, ਜਦੋਂ ਤੁਸੀਂ ਕਿਹਾ ਨਾ ਵੀ ਤੋਲ ਕਰਨਾ, ਪ੍ਰੋ ਐਂਡ ਕੌਨਸ ਦੇਖਣੇ ਜਿਹੜੇ ਨੇ, ਉਹ ਹਮੇਸ਼ਾ ਸਹਾਈ ਸਿੱਧ ਹੁੰਦੇ ਆ. ਹਾਂ. ਕਿਉਂਕਿ ਦਜਿੱਤੀ ਨਾਲੋਂ ਬੁਰੀ ਬਿਮਾਰੀ ਕੋਈ ਨਹੀਂ ਗੀ. ਹਾਂ. ਡਬਲ ਮਾਈਂਡਡਨੈਸ ਹੈ ਨਾ ਜਿਹੜੀ, ਹਾਂਜੀ, ਉਹਦੇ ਨਾਲੋਂ ਵੱਡੀ ਬਿਮਾਰੀ ਕੋਈ ਨਹੀਂ ਹੈ. ਉਹ ਤੁਹਾਨੂੰ ਹੋਰ ਕੁਝ ਤਬਾਹ ਕਰੇ ਨਾ ਕਰੇ, ਤਾਂ ਜਿਹੜੀ ਦੁਚਿੱਤੀ ਆ ਤੁਹਾਨੂੰ ਮਾਰ ਦਿੰਦੀ ਹੈ, ਖਤਮ ਕਰ ਦਿੰਦੀ ਹੈ. ਹਾਂਜੀ.
ਇਸ ਦੇ ਲਈ ਫੈਸਲਾ ਕਰਨ ਤੋਂ ਪਹਿਲਾਂ ਕਈ ਲੋਕਾਂ ਦੇ ਵਿੱਚ ਫੈਸਲਾ ਯਕਦਮ ਕਰਨ ਦੀ ਹਿੰਮਤ ਹੁੰਦੀ ਜੀ। ਹੈ, ਔਰ ਕਈਆਂ ਦੇ ਵਿੱਚ ਉਹ ਦੇਖਦੇ ਆ ਪ੍ਰੋ ਐਂਡ ਕਈ ਬਹੁਤਾ ਹੀ ਜ਼ਿਆਦਾ ਦੇਖ ਲੈਂਦੇ ਆ ਵੀ ਫੈਸਲਾ ਕਰਨ ਦਾ ਟਾਈਮ ਹੀ ਲੰਘ ਜਾਂਦਾ ਹੈ। ਹਾਂਜੀ ਉਹਦੇ 'ਚ ਇੱਕ ਠੀਕ ਨਿਰਧਾਰਤ ਜਿਹੇ ਸਮੇਂ ਦੇ ਵਿੱਚ ਗਲਤ ਤੇ ਸਹੀ ਹੈ ਜਿਹੜਾ ਇਹਦਾ ਕੀ ਨੁਕਸਾਨ ਹੋ ਸਕਦਾ, ਕੀ ਫਾਇਦਾ ਹੋ ਸਕਦਾ, ਕੀ ਮੈਂ ਨੁਕਸਾਨ ਆ ਜਿਹੜੇ ਝੱਲ ਸਕਦਾ, ਜਾਂ ਜਿਹੜੇ ਫਾਇਦੇ ਤੇ ਨੁਕਸਾਨਾਂ ਦਾ ਵੇਰਵਾ ਕੀ ਹੈ। ਕਈ ਦਫਾ ਹੁੰਦਾ ਕਿ ਕੁਝ ਨੁਕਸਾਨ ਇਹੋ ਜਿਹੇ ਹੁੰਦੇ ਤੁਸੀਂ ਝੱਲ ਸਕਦੇ ਹੋ, ਹਾਂਜੀ ਔਰ ਕੁਝ ਕੁ ਫਾਇਦੇ ਇਹੋ ਜਿਹੇ ਹੁੰਦੇ ਜਿਨ੍ਹਾਂ ਬਗੈਰ ਤੁਸੀਂ ਗੁਜ਼ਾਰਾ ਕਰ ਸਕਦੇ ਹੁੰਦੇ ਹੋ। ਔਰ ਜਦੋਂ ਗੱਲ ਫਿਰ ਡਿਪੈਂਡ ਕਰਦੀ ਹੈ ਕਿ ਤੁਸੀਂ ਸਿਰਫ ਉਹ ਫੈਸਲੇ ਦਾ ਇਫੈਕਟ ਤੁਹਾਡੇ ਉੱਤੇ ਹੀ ਪਏਗਾ, ਜਾਂ ਤੁਹਾਡੇ ਪਰਿਵਾਰ ਤੇ ਹੀ ਪਏਗਾ, ਜਾਂ ਕਿ ਤੁਹਾਡੀ ਐਕਸਟੈਂਡਡ ਫੈਮਿਲੀ ਤੇ ਪਏਗਾ। ਤਾਂ ਹੀ ਮੈਂ ਕਹਿੰਦੀ ਸੀ ਨਾ ਪਹਿਲਾਂ, ਜਿਵੇਂ ਜਿਉਂ ਤੁਹਾਡਾ ਰੁਤਬਾ ਵੱਧਦਾ ਜਾਂਦਾ ਤੇ ਉਹਨੂੰ ਤਿਉਂ ਤੁਹਾਡੀ ਜ਼ਿੰਮੇਵਾਰੀ ਤੇ ਇਖਲਾਕ ਹੈ ਜਿਹੜਾ ਉਹ ਵੀ ਇੱਕ ਤਰੀਕੇ ਨਾਲ ਤਰਾਜੂ 'ਚ ਤੋਲਿਆ ਜਾਂਦਾ ਹੈ ਜੀ। ਕਈ ਦਫਾ ਚਾਅ ਦੇ ਵਿੱਚ ਬੜੇ ਹੋਏ ਜਿਹੜੇ ਪੋਲੀਟੀਸ਼ੀਅਨ ਨੇ ਫੈਸਲਾ ਨਹੀਂ ਕਰ ਪਾਉਂਦੇ, ਗੱਲ ਨਹੀਂ ਕਰ ਪਾਉਂਦੇ, ਜਾਂ ਬੋਲੇ ਗਏ ਕਈ ਵਾਰੀ ਇਦਾਂ ਹੁੰਦਾ ਵੀ ਮੁਰਦਾ ਬੋਲੂ ਕੱਫਣ ਪਾੜੂ ਵਾਲਾ ਉਹ ਹਾਲਾਤ ਹੋ ਜਾਂਦੇ ਆ। ਕਈ ਮਰਮੜ ਬੁੱਢੜੇ ਗੀਤੜੀ ਗਾਵੇ, ਆਪਣਾ ਸਿਰਫ ਜਾਨ ਬਚਾ ਕੇ ਆਪਣੀ ਟਰਮ ਪੂਰੀ ਕਰਨ ਦੀ ਕੋਸ਼ਿਸ਼ ਕਰਦੇ, ਆਪਣਾ ਵਕਤ ਕੱਢਦੇ ਆ। ਇਹ ਜਿਹੀ ਜਿੰਨੀ ਜ਼ਿਆਦਾ ਤੁਹਾਡੀ ਘਰ ਦੇ ਵਿੱਚ ਕਿੰਨੇ ਬੰਦੇ ਹੁੰਦੇ ਆ, ਪਰ ਮੂਹਰੇ ਇੱਕ ਹੁੰਦਾ, ਠੀਕ ਹੈ ਨਾ, ਔਰ ਸਾਰੇ ਜਣੇ ਕਹਿੰਦੇ ਵੀ ਹਾਂ ਇਹ ਫੈਸਲਾ ਵਧੀਆ ਲੈਂਦਾ, ਔਰ ਇਹ ਫੈਸਲਾ ਜਿਹੜਾ ਇਹਦੇ 'ਚ ਹਿੰਮਤ ਆ। ਸੇਮ ਹੀ ਤਰੀਕੇ ਨਾਲ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਜਦੋਂ ਦੂਰ ਦ੍ਰਿਸ਼ਟੀ ਭਾਵ ਆਉਣ ਵਾਲੇ ਸਮੇਂ ਦੀ ਦ੍ਰਿਸ਼ਟੀ ਕੀ ਹੋ ਸਕਦਾ, ਉਹ ਭਾਵੀ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਹੋਏ ਫੈਸਲੇ ਨੇ ਨਾ, ਤੁਸੀਂ ਦੇਖੋਗੇ ਉਹ ਲੀਡਰ ਹਮੇਸ਼ਾ ਪਸੰਦ ਕੀਤੇ ਜਾਂਦੇ ਆ। ਉਹਨਾਂ ਵੱਲੋਂ ਕਿਤੇ ਇੱਕਾ ਦੁੱਕਾ ਗਲਤ ਲਏ ਹੋਏ ਜਿਹੜੇ ਫੈਸਲੇ ਨੇ ਉਹਨਾਂ ਨੂੰ ਵੀ ਜਿਹੜੇ ਲੋਕ ਨੇ ਉਹ ਹਜਮ ਕਰ ਲੈਂਦੇ ਨੇ, ਪਰ ਜਿਹੜੇ ਫੈਸਲੇ ਨਹੀਂ ਲੈ ਪਾਉਂਦੇ, ਜਿਹੜੇ ਸਿਰਫ ਔਰ ਸਿਰਫ ਜਿਨ੍ਹਾਂ ਦੀ ਸੋਚ ਨੱਕ ਤੋਂ ਲੈ ਕੇ ਬੁੱਲਾਂ ਤੱਕ ਹੀ ਹੈ, उन्होंने बहुत ज़्यादा पसंद नहीं किया जाता। वैसे दीदी अगर देखा जाए तो लीडरशिप की तरफ अगर देखा जाए तो फैसले लेने वाले जो होते हैं, जो जिनके अंदर वो जुर्रत होती है, जिनको लोग पसंद करते हैं कि हाँ ये इनके बातें सही होता है, ऑनेस्ट है, ये इनके जो फैसले हैं वो बिल्कुल सही होगा। अब पॉलिटिकल पार्टीज में देख लो, पॉलिटिकल पार्टीज में कैबिनेट उनको दिया जाता है जिनके पास उसके तजुर्बे हैं, जो उसे संभाल सके, जो उनके फैसले ले सके, डिसीजंस बना सके। और जो लोग नहीं कर सकते हैं उन्हें कभी कैबिनेट नहीं मिलता, दे कैन नॉट बी अ मिनिस्टर। तो ये सारी जब बातें हम देखते हैं तो कई लोगों को पॉलिटिकल लीडरशिप या प्राइम मिनिस्टर होए, प्रीमियर होए, मेयर होए, उनको पता चल जाता है कि ये पॉलिटिशियन तो है लेकिन इसकी कोई क्रेडिबिलिटी नहीं है, इसकी बातों को ट्रस्ट नहीं किया जाता, इसके बातें सही नहीं होता, लोग इन्हें इस तरह से पसंद नहीं करते। तो फिर वो चाहे एक नहीं 10 टर्म भी जीत जाए ना, फिर भी वही का वही रहेगा। उन्हें कभी डिसीजन मेकिंग के लिए मिनिस्ट्री नहीं दिया जाता, उन्हें मिनिस्टर नहीं बनाया जाता। सो दीज आर द थिंग्स कि डिसीजंस बनाने के लिए वो इंसान के पास इतना जहन में वो क्या बोलते बुद्धि होते बुद्धि हो कि लोगों को पॉलिटिकल लीडरशिप को भी पता हो कि ये इंसान ये काम कर सकता है। अब जब उन्हें पता है कि ये इंसान से ये काम नहीं होगा, ये हम ऑनेस्ट नहीं है, ये झूठा है, ये कोई क्रिमिनल एक्टिविटीज़ इनके साथ कोई बैगेज है, उनको कभी वो मिनिस्ट्री नहीं देते, वो कभी उन्हें लीडर नहीं बताते, वो कभी उन्हें डिसीजन बनाने वाला पॉलिटिशियन नहीं बनाते। सो पॉलिटिकल वर्ल्ड में भी ये सब कुछ चलता है। पर अगर हम अपनी ज़िंदगी के डिसीजंस के बारे में सोचते हैं, हम अगर कोई फ़ैसला करना चाहते हैं, फॉर एग्ज़ाम्पल अगर आप अपने लिए कोई बेहतरीन फ़ैसला लेना चाहते हैं, चाहे वो नौकरी हो या फिर वो जीवन साथी हो, आप एक डिसीजन लेना चाहते हो लेकिन आपके अंदर ये बार बार आपको एक आवाज़ अंदर से आ रही है कि नहीं ऐसा होना चाहिए, नहीं ऐसा होना चाहिए, तो आप अपने जो बुज़ुर्ग है या अपने घर में जो डिसीशंस लेते हैं, हेड ऑफ़ द फैमिली है, चाहे वो आपके मम है या डैड है या ग्रैंड पेरेंट्स है, आप उनके पास जाते हैं, उनको जाकर बताते हैं कि दिस इज़ व्हाट आई वांट टू डू और आप लोग मुझे हेल्प करो बिकॉज मेरे से ये डिसीजन नहीं बन रहा है। सो in that way you know okay your decision may be wrong, but let's have another opinion from somebody who has made these decisions in their life, who have seen life better than you did. So ये कहते हैं कि कभी कभी एक गलत डिसीजन पूरी ज़िंदगी तबाह कर देती है।
But as we saw, it's not the decision itself, it's always how we think or don't think that leads to bad outcomes. The one decision you can do to prevent all bad decision is keeping an open mind and trying to change the way you think for the better. So इसलिए अपने ज़िंदगी के लिए भी अगर आप एक गलत डिसीजन बना लेते हो तो सारी ज़िंदगी आप उसी डिसीजन पे अपने आप को कोसते रहते हो, अपने आप को कहते रहते हो कि why did I do this? मुझे किसी से पूछ लेना चाहिए था. I should have asked somebody. I should have talked to somebody. Why didn't I do it? आज मैंने एक गलत फैसले से पूरी ज़िंदगी अपनी तबाह कर ली. सो इस तरह की बातें जब आपके जहन में आने लगती है तो फिर डिसीशंस आपने जो बनाया है खुद ही, आप उसको भी पसंद नहीं करते हो. खैर दोस्तों, वापस आते हैं कुछ व्यापारिक संदेशों के बाद. ਤੁਸੀਂ ਸੁਣ ਰਹੇ ਹੋ ਮੀਡੀਆ ਵੇਵਸ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਆਪਣੇ ਬਿਜ਼ਨਸ ਨੂੰ ਵਧਾਉਣ ਲਈ, ਐਡਵਰਟਾਈਜ਼ਮੈਂਟ ਕਰਾਉਣ ਲਈ, ਵਧੀਆ ਡੀਲਸ ਲਈ ਸਾਡੇ ਨਾਲ ਸੰਪਰਕ ਕਰੋ 6044494444 604 449 3333. ਸੁਣਦੇ ਰਹੋ ਮੀਡੀਆ ਵੇਵਸ. ਕੈਨੇਡੀਅਨ ਸਰੀ ਵੈਜੀ ਪੀਜ਼ਾ ਤੇ ਕਰੀ ਹਾਊਸ 100% ਪਿਓਰ ਵੈਜੀਟੇਰੀਅਨ ਪੀਜ਼ਿਆਂ ਦਾ ਵੱਖਰਾ ਸਵਾਦ ਮਾਣਨਾ ਚਾਹੁੰਦੇ ਹੋ ਤਾਂ ਕਰੋ ਕਾਲ 604 597 1110, ਯੂਨਿਟ ਨੰਬਰ 106 8077 ਕਿੰਗ ਜੋਰਜ ਬੁਲੇਵਾਰਡ ਦੇ ਉੱਤੇ. ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ, ਫਰਾਈਆਂ ਵਾਲਾ ਪੀਜ਼ਾ, ਫ੍ਰੈਂਚ ਵੈਟ ਬ੍ਰੈਡ ਪੀਜ਼ਾ, ਵੈਜੀਟੇਰੀਅਨ ਸੁਪਰੀਮ ਅਦਰਕ ਧਨੀਏ ਵਾਲਾ ਪੰਜਾਬੀ ਸਟਾਈਲ ਪੀਜ਼ਾ. 3 ਲਾਰਜ ਪੀਜ਼ੇ ਆਰਡਰ ਕਰੋ ਤਾਂ 1 ਮੀਡੀਅਮ ਚੀਜ਼ ਪੀਜ਼ਾ ਬਿਲਕੁਲ ਲਓ ਜੀ ਫ੍ਰੀ. ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹਫਤੇ ਦੇ 7 ਦਿਨ ਖੁੱਲ੍ਹਦੇ ਨੇ. ਕੈਨੇਡੀਅਨ ਸਰੀ ਵੈਜੀ Pizza and Curry House 604-593-1110. ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ Reflection Banquet Hall ਤੇ ਨਾਰੇ. Reflection Banquet and Convention Center, new and best hall in Surrey. Modern, elegant, top class, big patios के साथ, best food, lots of variety. You want to give the best to your guests? Party book करो Reflection Banquet and Convention Center ते 604-618-5114 6638-152 A Street, Surrey. Reflection Banquet and Convention Center. Kaka, kaka, gaga, gaga, kar. Papa, appa kar kado lavange? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ. ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ. ਵਧੀਆ ਡੀਲ ਲੈ ਕੇ ਦੇਣਗੇ. ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ. ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ. ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ. ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ. ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ. ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570. Plan Insurance ਕੋਲੋਂ ਲੋ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ. ਇੱਕ ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ. ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 604-363-2200 ਤੇ ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ. ABC ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ. ਸਹੀ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਵਾਉਣ ਲਈ ਕਾਲ ਕਰੋ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ 604-363-2200 604-363-2200 or visit planinsurance.ca. ਓਹੋ, ਰਾਤ ਦੇ 2 ਵੱਜ ਗਏ. ਭੁੱਖ ਨਾਲ ਢਿੱਡ 'ਚ ਚੂਹੇ ਦੌੜਦੇ ਨੇ. ਚੱਲ ਇਹਨਾਂ ਨੂੰ ਵੀ ਖਿਲਾ ਪਿਲਾ ਦਿੰਨੇ ਆ. ਪਾਇਲ ਬਿਜ਼ਨਸ ਸੈਂਟਰ 'ਚ ਪਾਇਲ ਚਾਟ ਹਾਊਸ 24 ਆਵਰ ਖੁੱਲਦੇ ਨੇ. ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਰ ਤਰ੍ਹਾਂ ਦੇ ਪਰੌਂਠਿਆਂ ਦਾ ਬਣੋ ਆਨੰਦ. ਬਾਕੀ 24 ਘੰਟੇ ਹਰ ਤਰ੍ਹਾਂ ਦੇ ਤੰਦੂਰੀ, ਵੈਜ, ਨਾਨ ਵੈਜ ਖਾਣੇ ਆਰਡਰ ਕਰੋ ਜਾਂ ਫਿਰ ਬੈਠ ਕੇ ਖਾਓ. 604-596-1990. ਪਾਇਲ ਚਾਟ ਹਾਊਸ ਆਉਣ ਲੱਗੇ ਬਿੱਟੂ ਲਈ ਗੋਟ ਮੀਟ ਵੀ ਲੈ ਆਵਾਂਗੇ. ਹੋਰ ਤਾਂ ਹੋਰ, ਪਾਰਟ ਤੇ 100 ਬੰਦੇ ਤੱਕ ਦੀ ਕੇਟਰਿੰਗ ਘਰ ਜਾ ਕੇ ਤੰਦੂਰ ਲਾ ਕੇ ਕਰਦੇ ਨੇ. ਅੱਜ ਹੀ ਕਰੋ ਕੇਟਰਿੰਗ ਬੁੱਕ 604-518-7444 ਪਾਇਲ ਚਾਟ ਹਾਊਸ. ਇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਸਪਾਂਸਰ ਨੇ ਗ੍ਰੇਟ ਬਲਾਈਂਡਸ. ਮਾਡਰਨ ਡਿਜ਼ਾਈਨ ਦੇ ਬਲਾਈਂਡਸ ਪਲਾਟ ਦੇ ਵਿੱਚ ਮਹਾਰਤ ਰੱਖਣ ਵਾਲੇ ਗ੍ਰੇਟ ਬਲਾਈਂਡਸ ਦਾ ਸ਼ੋਰੂਮ ਇਕਲੌਤਾ
ਸਰੀ ਦੇ ਵਿੱਚ ਹੈ, ਖੁਦ ਮੈਨੂਫੈਕਚਰਰ ਨੇ, ਇਸੇ ਕਰਕੇ ਬੜੀ ਬਿਹਤਰੀਨ ਕੁਆਲਿਟੀ ਔਰ ਲਾਜਵਾਬ ਕੀਮਤਾਂ ਦੇ ਉੱਤੇ ਤੁਸੀਂ ਆਪਣੇ ਬਲਾਈਂਡਸ ਖਰੀਦਣ ਲਈ, ਔਰ ਉਹ ਵੀ ਮਾਡਰਨ ਡਿਜ਼ਾਈਨ ਦੇ, ਤਾਂ ਗ੍ਰੇਟ ਬਲਾਈਂਡਸ ਦੇ ਸ਼ੋਰੂਮ 'ਚ ਮਾਰੋ ਗੇੜਾ। ਯੂਰ ਨੰਬਰ 141347 78th ਐਵਨਿਊ ਦੇ ਉੱਤੇ ਤੁਸੀਂ ਪਧਾਰ ਵੀ ਸਕਦੇ ਹੋ। ਔਰ ਅਮਰੀਕਾ ਵਾਲਿਆਂ ਲਈ ਅਮਰੀਕਾ ਦੇ ਸ਼ੋਰੂਮ ਦਾ ਪਤਾ ਹੈ 3705 ਅਵਾਰਡ ਵੇ, ਅਵਾਰਡ ਵਾਸ਼ਿੰਗਟਨ ਸਟੇਟ। ਟੈਲੀਫੋਨ ਨੰਬਰ 2533217007 ਦੇ ਉੱਤੇ ਕਰ ਸਕਦੇ ਹੋ ਕਾਲ, ਜਾਂ ਵਿਜ਼ਿਟ ਕਰੋ greatblindscanada.com ਦੇ ਉੱਤੇ। ਲਾਹੌਰ ਵਰਗੇ ਸਵਾਦੂ ਖਾਣੇ ਦਾ ਆਨੰਦ ਮਾਣਨਾ ਤਾਂ ਟੇਸਟ ਆਫ ਲਾਹੌਰ ਤੇ ਜਾਣਾ ਬਣਦਾ ਹੈ। 96 ਤੇ 120 ਦੇ ਕੋਨੇ ਦੇ ਉੱਤੇ ਪੈਂਦੇ ਬਿਲਕੁਲ ਪਲਾਜ਼ੇ 'ਚ ਬਹੁਤ ਹੀ ਵੱਡਾ ਰੈਸਟੋਰੈਂਟ ਹੈ ਟੇਸਟ ਆਫ ਲਾਹੌਰ। ਖਾਣੇ ਆਰਡਰ ਕਰ ਸਕਦੇ ਹੋ 604 498 65 55 ਦੇ ਉੱਤੇ। ਬਾਕੀ ਵੀਕਐਂਡ ਬਫੇ ਦੇ ਇਹਨਾਂ ਦੇ ਚਰਚੇ ਸਾਰੇ ਪਾਸੇ ਨੇ 11 ਤੋਂ ਲੈ ਕੇ 3 ਦੇ ਦੌਰਾਨ। ਫੈਮਿਲੀ ਕੇਅਰ ਫਾਰਮੇਸੀ ਪ੍ਰੋਗਰਾਮ ਦੇ ਸਪਾਂਸਰ ਨੇ ਕਮਿਊਨਿਟੀ ਦੀ ਆਪਣੀ ਫਾਰਮੇਸੀ ਹੈ, ਜਿੱਥੋਂ ਤੁਸੀਂ ਹਰ ਪ੍ਰਕਾਰ ਦੀਆਂ ਦਵਾਈ ਬੂਟੀ ਵਿਟਾਮਿਨ ਸਪਲੀਮੈਂਟਸ ਹਰਬਲ ਮੈਡੀਸਨਸ ਲੈ ਸਕਦੇ ਹੋ। ਹੋਮੋਪੈਥਿਕ ਡਾਕਟਰ ਵੀ ਅਵੇਲੇਬਲ ਆ। ਹਫਤੇ ਦੇ 7 ਦਿਨ ਖੁੱਲੇ ਰਹਿਣ ਵਾਲੇ ਫੈਮਿਲੀ ਕੇਅਰ ਫਾਰਮੇਸੀ ਸਰੀ, ਡੈਲਟਾ ਅਤੇ ਨਾਲ ਦੀ ਨਾਲ ਵਾਈਟ ਰੌਕ ਵਿਖੇ 3 ਲੋਕੇਸ਼ਨਸ ਨੇ। ਟੈਲੀਫੋਨ ਨੰਬਰ ਹੈ 604 581 1900 ਦੇ ਉੱਤੇ ਕਰ ਸਕਦੇ ਹੋ ਸੰਪਰਕ। ਬਾਕੀ ਜੀ ਇਸ ਦੇ ਨਾਲ ਦੱਸਦੇ ਘਰ ਨਵਾਂ ਬਣਾ ਰਹੇ ਜਾਂ ਰੈਨੋਵੇਟ ਕਰ ਰਹੇ ਤਾਂ HTA ਪ੍ਰੋਡਕਟਸ ਦੇ ਸ਼ਾਨਦਾਰ ਸ਼ੋਰੂਮਸ ਰਿਚਮੰਡ, ਵੈਨਕੂਵਰ ਤੇ ਸਰੀ ਵਿਖੇ ਨੇ। ਸ਼ਾਨਦਾਰ ਸ਼ੋਰੂਮ 'ਚ ਜਾਓ, ਚੱਲਦੇ ਪ੍ਰੋਡਕਟ ਦੇਖੋ, ਪਸੰਦ ਕਰੋ, ਆਪਣੇ ਘਰ ਦੇ ਵਿੱਚ ਲਗਵਾਓ। ਹਾਈ ਐਂਡ ਬ੍ਰਾਂਡ ਨੇਮਸ ਨੂੰ ਦੀਆਂ ਪ੍ਰੋਡਕਟਸ ਨੇ ਕੈਰੀ ਕਰਦੇ ਨੇ HTA ਪ੍ਰੋਡਕਟਸ। ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਸਾਬੀ ਔਲਖੋਰਾ ਨੂੰ 6047285339 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਔਰ ਮੀਡੀਆ ਵੇਸ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਫੈਸਲਿਆਂ ਤੇ ਚੱਲ ਰਹੀ ਹੈ। ਫੈਸਲੇ ਨਾ ਕਰ ਸਕਣੇ ਤੇ ਫਿਰ ਹੋਏ ਹੋਏ ਫੈਸਲਿਆਂ ਨੂੰ ਨਾ ਮੰਨਣਾ। ਔਰ ਅਕਸਰ ਤੁਸੀਂ ਦੇਖਿਆ ਹੋਣਾ ਆਸ਼ਾ ਨੇ, ਜਿਹੜੇ ਨਾ ਲੋਕੀ ਫੈਸਲੇ ਨਾ ਮੰਨਣ ਦੇ ਵਿੱਚ ਯਕੀਨ ਕਰਦੇ ਆ, ਉਹਨਾਂ ਨੂੰ ਇੱਕ ਮੈਂ ਕਿਤੇ ਪੜ੍ਹ ਰਹੀ ਸਾਂ, ਮਤਲਬ ਮਨੁੱਖੀ ਸੁਭਾਅ ਨੇ, ਹੈ ਨਾ, ਹਾਂਜੀ, ਤੇ ਪੰਜਾਬੀ ਦੇ ਵਿੱਚ ਤਾਂ ਸਿੱਧਾ ਕਹਿੰਦੇ ਨੇ ਮੈਂ ਨਾ ਮੰਨੂ। ਔਰ ਅੰਗਰੇਜ਼ੀ ਦੇ ਵਿੱਚ ਕਈ ਟਰਮਸ ਵੀ ਯੂਜ਼ ਕੀਤੀਆਂ ਜਾਂਦੀਆਂ ਨੇ ਜੀ, ਕਿ ਕਹਿੰਦੇ ਵੀ ਆਪਣੇ ਚੰਮ ਦੀਆਂ ਚਲਾਉਣ ਵਾਲੇ ਨਾਰਸਿਸਟਿਕ ਸੋਚ ਹੈ, ਉਸ ਦਾ ਜ਼ਿਕਰ ਵੀ ਇਸ ਗੱਲ ਦੇ ਵਿੱਚ ਆਉਂਦਾ। ਔਰ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਫੈਸਲਾ ਨਾ ਮੰਨਣ ਵਾਲੀ ਜਿਹੜੀ ਗੱਲ ਹੁੰਦੀ ਹੈ ਨਾ ਜੀ, ਉਹ ਜਿੱਦ ਵਜਿੱਦ ਤੇ ਕਮਕਲੀ ਵਾਲੀ ਹੁੰਦੀ ਹੈ। ਕਿਉਂਕਿ ਫੈਸਲਾ ਨਾ ਮੰਨਣ ਦਾ ਜਿਹੜਾ ਸਮਝਦਾਰ ਵਿਅਕਤੀ ਹੈ ਜੀ, ਉਹ ਫੈਸਲਾ ਨਾ ਮੰਨਣ ਦਾ ਵੀ ਬੜੇ ਵਧੀਆ ਸਲੀਕੇਦਾਰ ਤਰੀਕੇ ਨਾਲ ਪ੍ਰਦਰਸ਼ਨ ਕਰਦਾ ਵੀ ਹਾਂ ਜੀ ਠੀਕ ਹੈ, ਇਹ ਫੈਸਲਾ ਠੀਕ ਹੈ, ਪਰ ਮੈਂ ਨਿੱਜੀ ਤੌਰ ਦੇ ਉੱਤੇ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ, ਪਰ ਹਾਲਾਤਾਂ ਵਕਤ ਤੇ ਜਨਤਾ ਦੇ ਹਿੱਤ ਦੇ ਵਿੱਚ ਇਹ ਫੈਸਲਾ ਸਹੀ ਹੈ, ਸੋ ਉਸ ਆਧਾਰ ਦੇ ਉੱਤੇ ਇਹਦੇ ਵਿੱਚ ਮੈਂ ਸਹਿਮਤੀ ਦਿੰਦਾ। ਇਹ ਤਾਂ ਇੱਕ ਹੁੰਦਾ ਸਮਝਦਾਰ ਲੀਡਰ ਤੇ ਪੋਲੀਟੀਸ਼ੀਅਨ ਜਾਂ ਮੁਖੀ, ਘਰ ਦੇ ਮੁਖੀ, ਪਰਿਵਾਰ ਦੇ ਮੁਖੀ, ਆਪਣੀ ਜ਼ਿੰਦਗੀ ਦਾ ਜਿਹੜਾ ਮੁਖੀ ਆ ਉਹਦਾ ਸਲੀਕਾ ਜੀ। ਪਰ ਕੋਈ ਵੀ ਵਿਅਕਤੀ ਨਾ ਪਸੰਦਗੀ ਕਿਸ ਪ੍ਰਕਾਰ ਜ਼ਾਹਿਰ ਕਰਦਾ, ਇਹ ਤੋਂ ਉਹਦੀ ਲਿਆਕਤ, ਸਮਝ ਤੇ ਸਲੀਕੇ ਦਾ ਪਤਾ ਲੱਗਦਾ। ਔਰ ਜੇ ਕਿਤੇ ਮਾੜੇ ਭਾਗਾਂ ਨੂੰ ਇਹੋ ਜਿਹਾ ਵਿਅਕਤੀ ਤੁਹਾਨੂੰ ਆਪਣੀ ਜ਼ਿੰਦਗੀ 'ਚ ਮਿਲ ਜਾਵੇ ਜਿਹਦੇ ਨਾਲ ਤੁਸੀਂ ਜ਼ਿੰਦਗੀ ਗੁਜ਼ਾਰਨੀ ਹੈ, ਜਾਂ ਤੁਹਾਨੂੰ ਲੀਡਰ ਦੇ ਰੂਪ ਦੇ ਵਿੱਚ ਮਿਲ ਜਾਵੇ, ਫਿਰ ਤੁਹਾਡਾ ਰੱਬ ਵਾਲੀ, ਫਿਰ ਤੁਹਾਡਾ ਰੱਬ ਹੀ ਵਾਲੀ, unless you make a decision to get out of that। ਔਰ ਬਹੁਤੇਰੀ ਦਫਾ ਲੋਕਾਂ ਨੂੰ ਬੁਰਾ ਵੀ ਲੱਗਦਾ, ਸਾਡੇ ਸਕੈਪਟੀਕਲ ਸੋਚ ਦੇ ਵਿੱਚ ਵੀ ਜਾਂਦੇ ਆ, ਪਰ ਜੋ ਹੋ ਸਕਦਾ ਉਹਦੇ ਬਾਰੇ ਪਹਿਲਾਂ ਕਿਸੇ ਨੂੰ ਦੱਸਣਾ, ਜਾਗਰੂਕ ਕਰਨਾ, ਜਿਹੜਾ ਕਿੰਨੇ ਸਮੇਂ ਤੋਂ ਆਪਾਂ ਇਹ ਕਰਦੇ ਆ ਰਹੇ ਹਾਂ। ਜ਼ਰੂਰੀ ਨਹੀਂ ਸਾਰੇ ਲੋਕਾਂ ਨੂੰ ਉਹ ਪਸੰਦ ਹੋਵੇ ਜੀ, ਪਰ ਮੈਂ ਕਹਿੰਦੀ ਹੁੰਦੀ ਹਾਂ ਕਿ ਜੇ ਨੁਕਸਾਨ ਹੋਣ ਤੋਂ ਪਹਿਲਾਂ ਦੱਸੋ ਉਹਦਾ ਫਾਇਦਾ, ਡੁੱਲੇ ਵੇਰਾਂ ਤੋਂ ਬਾਅਦ ਦੇ ਵਿੱਚ ਕੀ ਫਾਇਦਾ ਜੀ। ਅਰਸਰੀ ਦੀ ਪਿਛਲੀ ਇਲੈਕਸ਼ਨ ਦੇ ਵਿੱਚ ਆਹੀ ਕੁਝ ਹੋਇਆ। ਭਾਈ ਜਿਹੜਾ ਫੈਸਲਾ ਉਹ ਠੀਕ ਕਰਨਾ, ਫੈਸਲਾ ਠੀਕ ਕਰਨਾ, ਗਲਤ ਫੈਸਲੇ ਦਾ ਅਫਜ਼ਾਨਾ ਜਿਹੜਾ ਸਾਨੂੰ ਵੱਡੀ ਪੱਧਰ ਦੇ ਤੇ ਭੁਗਤਣਾ ਪਏਗਾ। ਔਰ ਉਹੀ ਉਸੇ ਵਕਤ ਦੇ ਜਿਹੜੇ ਫੈਸਲੇ ਨੇ ਲੈ ਹੋਏ ਦੇ ਹਰਜਾਨੇ ਜਿਹੜੇ ਨੇ ਉਹ ਅਸੀਂ ਇਸ ਵਕਤ ਤੱਕ ਭੁਗਤ ਰਹੇ ਹਾਂ। ਔਰ ਜਿਹੜੀ ਗੱਲ ਮੇਰਾ ਅਕੀਦਾ ਮਤਲਬ ਕਹਿ ਸਕਦੇ ਆ ਮੇਰਾ ਕੰਸਰਨ ਆ, ਡਰਦੀ ਤਾਂ ਮੈਂ ਹੈ ਨਹੀਂ, ਜਿਹੜਾ ਮੇਰਾ ਕੰਸਰਨ ਆ ਕਿ ਜਿਹੋ ਜਿਹੀਆਂ ਧਾਰਨਾਵਾਂ ਅਸੀਂ ਪਿਛੋਕੜ ਦੇ ਵਿੱਚ ਛੱਡਦੇ ਆਏ ਆ ਵੀ ਹਾਂ ਇੱਕ ਪਾਰਟੀ ਆਈ ਤਾਂ ਉਹਨਾਂ ਨੇ ਜੋ ਕੰਮ ਕੀਤੇ, ਦੂਜਿਆਂ ਨੇ ਕਹਿੰਦਾ ਪਹਿਲਾਂ ਇਹਨਾਂ ਦੇ ਜਿਹੜੇ ਲਾਏ ਹੋਏ ਫੱਟੇ ਨੇ ਉਹਨਾਂ ਨੂੰ ਪੱਟੋ। ਉਸ ਤਰ੍ਹਾਂ ਦੀ ਧਾਰਨਾ ਅਗਰ ਸਾਡੇ ਇੱਥੇ ਸਮਾਜ ਦੇ ਵਿੱਚ ਵਿਚਰਨੀ ਸ਼ੁਰੂ ਹੋ ਜਾਂਦੀ ਹੈ, ਆਸ਼ਾ ਨਾ ਖਾਸ ਤੌਰ ਦੇ ਤੇ ਰਾਜਨੀਤਿਕ ਖੇਤਰ, ਰਾਜਨੀਤਿਕ ਪਾਰਟੀਆਂ ਦੇ ਵਿੱਚ, ਤਾਂ ਫਿਰ
ਕੋਈ ਬਹੁਤਾ ਦੇਰ ਨਹੀਂ ਲੱਗਣੀ ਸਾਡੇ ਇਸ ਮੁਲਕ ਨੂੰ ਥਰਡ ਵਰਲਡ ਕੰਟਰੀਜ਼ ਤੋਂ ਬਦਤਰ ਹੋਣ ਲਈ, ਕਿਉਂਕਿ ਸਾਡਾ ਵਧੀਆ ਬਿਹਤਰ ਜਿਹੜਾ ਕਾਰਗੁਜ਼ਾਰੀ ਹੈ ਉਹਦੀ ਉਹ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। जी, वैसे दीदी आपने बिल्कुल सही कहा कि देयर आर सर्टेन टाइम्स जब आप ना डिसीशंस लेते हो, और अगर मुल्क के बारे में बात करते हो या प्रोविंस के बारे में बात करते हो या फिर शहर के बारे में बात करते हो, सुधार के बारे में बात करते हो, तो कई बार पॉलिटिशियंस जो गलत डिसीशंस ले भी लेते हैं उसे रिवर्स भी कर सकते हैं। याद रखो, कोई भी डिसीशन जो है अगर आपकी समझ आ जाए और आप उन्हें सुधारना चाहते हैं, बिल्कुल सुधार सकते हो। जी, कहते हैं बैड जो डिसीजन होता है उसे हम रिवर्स बिल्कुल कर सकते हो। यू जस्ट हैव टू पुट दैट आउट, अपोलोजाइज कर सकते हो, आप बता सकते हो कि मेरे से गलत डिसीजन हो गया। पिछले दिनों, कल की बात है मेरे ख्याल से, मैं ट्विटर पे पढ़ रही थी, किसी ने कहा कि BC यूनाइटेड की शुरुआत हो करना मेरे लिए, मैं उसमें काफ़ी इन्वॉल्व था, लेकिन ये मेरा एक गलत डिसीजन था। मैं सरी के लोगों के लिए सरी के लोगों से सॉरी मांग रहा हूँ। जी, सो इस तरह के ट्वीट्स जब हम पढ़ते हैं तो इससे ये पता चलता है कि जो गलत डिसीजन था, इंसान के पास अपने अंदर इतनी काबिलियत तो है कि वो रियलाइज़ कर सके कि ये गलत डिसीजन था। इंसान के अपने सोच इतना तक है कि अगर वो गलत डिसीजन किया है तो वो शरेआम लोगों से सॉरी भी कर सकता है। कई बार जो डिसीशंस है, हम पॉलिटिकली कोई डिसीशंस ले लेते हैं और उन डिसीशंस पर हम अगर तबाह हो जाए, लेकिन ना हमारी ये लकीर है, हमें ये चाहिए तो यही चाहिए, ये ना देखना कि आपके जो लोग हैं उनके लिए सही है या नहीं है। कई बार आप अगर डिसीजन ले लेते हो, बाद में रियलाइज़ करते हो कि डिसीजन गलत था, तो आपको लोगों से माफ़ी मांग के उस डिसीजन को करेक्ट ज़रूर करना चाहिए। हर किसी से गलती हो जाती है, एवरीबडी हैज़ मिस्टेक्स, लेकिन इसका मतलब ये नहीं है कि मैंने एक बार फैसला ले लिया, अगर चाहे दुनिया कहीं भी जाए, आई डोंट केयर, लेकिन मेरा डिसीजन है, ये गलत है। सो रिवर्स करना डिसीजन गलत आप ज़रूर कर सकते हो जी, और अगर आपको इस बात के एहसास होना बहुत ज़रूरी है। बगैर एहसास के अगर आप रिवर्स कर रहे हो, दैट मीन्स आप अपने आप से भी ऑनेस्ट नहीं हो। एहसास होना चाहिए कि हाँ, ये मेरी गलती है और इस गलती को मैं सुधारना है। ਅੱਛਾ ਨਾ, ਕਈ ਵਾਰ ਨਾ ਜਿਹੜੇ ਫੈਸਲੇ ਨੇ हाँ जी, ਇਸ ਕਰਕੇ ਵੀ ਰਿਵਰਸ ਨਹੀਂ ਕੀਤੇ ਜਾਂਦੇ, हाँ जी, ਕਿਉਂਕਿ ਉਹਦੇ ਨਾਲ ਕੋਈ ਨਿੱਜੀ ਮਫਾਦ ਜੁੜਿਆ ਹੁੰਦਾ ਹੈ, हाँ जी, ਉਹਦੇ ਨਾਲ ਨਿੱਜੀ ਕੋਈ ਫਾਇਦਾ, ਨਿੱਜੀ ਮਤਲਬ ਹੈ ਜਿਹੜਾ ਉਹ ਜੁੜਿਆ ਹੁੰਦਾ ਹੈ। ਔਰ ਜਦੋਂ ਨਿੱਜੀ ਫਾਇਦਾ ਤੇ ਨਿੱਜੀ ਮਫਾਦ ਹੈ ਜਿਹੜਾ ਉਹ ਜੁੜ ਜਾਵੇ, ਦੋ ਹੀ ਕਾਰਨ ਹੁੰਦੇ ਨੇ, ਜਾਂ ਨਿੱਜੀ ਮਫਾਦ ਦਾ ਫਾਇਦਾ ਤੇ ਜਾਂ ਫਿਰ ਜਿੱਦ। ਅਗਰ ਤੁਹਾਡਾ ਕੋਈ ਵੀ ਫੈਸਲਾ ਤੁਸੀਂ ਨਿੱਜੀ ਮਫਾਦ ਦੇ ਅੰਤਰਗਤ ਲਿਆ ਹੈ, हाँ जी, ਔਰ ਖਾਸ ਤੌਰ ਤੇ ਤੁਸੀਂ ਪਬਲਿਕ ਸਰਵਿਸ ਦੇ ਵਿੱਚੋਂ ਉੱਥੇ ਰਹਿੰਦੇ ਹੋਏ ਤੁਹਾਡਾ ਪਬਲਿਕ ਦੀ ਬਜਾਏ ਆਪਣਾ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਲਿਆ ਹੋਇਆ ਫੈਸਲਾ ਹੈ ਨਾ, ਉਹ ਫੈਸਲੇ ਗਲਤ ਪਤਾ ਹੁੰਦਾ ਕਿ ਗਲਤ ਨੇ, ਪਰ ਉਹਨਾਂ ਤੋਂ ਮੁੜਿਆ ਨਹੀਂ ਜਾਂਦਾ। ਕਾਰਨ ਕੀ ਹੁੰਦਾ? when you sold yourself, ਜਦ ਤੁਸੀਂ ਆਪਣੀ ਆਤਮਾ ਹੀ ਵੇਚ ਦਿੱਤੀ ਤੇ ਫਿਰ ਕੀ ਰਹਿ ਗਿਆ ਪਿੱਛੇ? when you sell yourself, ਤੇ ਫਿਰ ਜੇ ਆਤਮਾ ਹੈ ਨਹੀਂ ਤਾਂ ਤੁਸੀਂ ਗਲਤ ਆ ਜਿਹੜਾ ਆਪਣਾ ਲਿਆ ਹੋਇਆ ਫੈਸਲਾ ਉਹਦੇ ਬਾਰੇ ਮੰਨੋਗੇ ਵੀ ਕਿਵੇਂ, ਪਛਤਾਤਾਪ ਵੀ ਕਿਵੇਂ ਕਰੋਗੇ? ਫਿਰ ਤਾਂ ਉਹੀ ਹੋਊਗਾ, ਹਰਾਉਣ ਲਈ ਖੜੇ ਸੀ, ਹਰਾਤਾ। बिल्कुल। एक्चुअली अगर हम कोई गलत डिसीजन लेते हैं तो कभी कभी हम अपने जो फिजिशियन है उससे भी बात करते हैं और उनसे कई सवाल पूछते हैं। एक सवाल जो फिजिशियन से अक्सर पूछा जाता है वो है, डज डिसीजन मेकिंग गेट वर्स विद एज? उम्र के साथ क्या हमारे फैसला लेना, डिसीजन बनाना, ये वर्स हो जाता है? तो जवाब ये भी है, कहते over the last 2 decades laboratory studies have documented a variety of ways that decision making behavior changes with age, some of them detrimental and others beneficial. Compared with younger adults, for example, older adults are more likely to delegate, differ or avoid making decisions. तो ये उम्र के हिसाब से डिसीशंस बनाना थोड़ा सा वर्स हो जाता है। ਬਿਲਕੁਲ ਆਸ਼ਾ, ਫਿਰ ਤੁਸੀਂ ਕਈ ਪਾਸਿਆਂ ਤੋਂ ਸੋਚਦੇ ਹੋ ਤੇ ਫੈਸਲਾ ਲੈਣ ਦੇ ਪਿੱਛੇ ਜਿਹੜੀ ਤੁਹਾਡੀ ਮੋਟੀਵੇਸ਼ਨ ਹੈ ਉਹਦੀ ਰਫ਼ਤਾਰ ਘਟਦੀ ਹੈ। ਜਿਵੇਂ ਯੰਗ ਉਮਰ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਨਾ ਫੈਸਲਾ ਲੈਣ ਤੋਂ ਬਾਅਦ ਸੋਚਿਆ ਜਾਂਦਾ, ਕਰਕੇ ਬਾਅਦ ਦੇ ਵਿੱਚ ਸੋਚਿਆ ਜਾਂਦਾ, ਇਸੇ ਤਰੀਕੇ ਨਾਲ ਉਮਰ ਦਾ ਤਜਰਬਾ
ਕੀ ਰਿਸਕ ਇਜ਼ ਇਟ ਵਰਥ ਇਟ ਔਰ ਨਾਟ, ਉਹ ਬਹੁਤ ਜ਼ਿਆਦਾ ਵੱਡਾ ਪ੍ਰਭਾਵ ਕਰਦਾ ਬੜੀ ਉਮਰ 'ਚ। एक और सवाल जो अक्सर होता है कि हाउ डू आई स्टॉप मेकिंग डिसीजंस आई रिग्रेट, किस तरह से मैं डिसीजंस वो बनाना बंद कर सकते हैं जिसके लिए मुझे रिग्रेट करना पड़े। कहते लेट योर सेल्फ फील रिग्रेट विदाउट अवॉइडिंग और वैल्यूइंग इन इट। इफ योर बिहेवियर caused harm, try to make amends. Learn to forgive yourself. Reframe your experience or regret. Write about and share your regret. Use regret to clarify what you value. So अगर आप ये बात रिग्रेट करते हो कि आपने रॉन्ग डिसीजंस बनाए हैं, तो आप अगर इस तरह से फील करते हो दैट मीन्स अब भी आप में कुछ इंसानियत बाकी है, ऑनेस्टी बाकी है कि यू आर गेटिंग दीज काइंड ऑफ फीलिंग्स, यू आर रिग्रेटिंग दीज डिसीजंस। कहते हैं गलत किया हुआ डिसीजन अगर आपको एहसास हो जाए और उसे आप सुधार लो, इससे बढ़ के और कोई बात नहीं हो सकती ज़िंदगी में। हाउ डू यू रिकवर फ्रॉम अ रॉन्ग डिसीजन, इसके बारे में हम ज़रूर बात करेंगे, बट बिफोर दैट आई टेक अ क्विक कमर्शियल ब्रेक। सुनते रहिए www.mwlive.ca। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ, ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ये सिर्फ और सिर्फ भरोसेमंद रियल्टर ही कर सकते हैं। घर बेचन दा मन बनाया या घर खरीदना चाहते हो, सही ते भरोसेयोग सलाह दे लई कॉल करो 30 साल दा तजुर्बा रखन वाली रियल्टर कुलजीत कौर नू। SRS Panorama Realty 604 767 9992 604 767 9992। ਕੁਲਜੀਤ ਕੌਰ। ਐਕਸਪ੍ਰੈਸ ਐਂਟਰੀ ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨੋ ਨੰਬਰ 209 7928 128 ਸਟਰੀਟ 604 597 1119। ਆਈਡੀਆ ਇਮੀਗ੍ਰੇਸ਼ਨ। ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾ ਓਏ ਫੋਨ 604 231 9592। ਹੁਣੇ ਲਓ ਸਰਦਾਰ 604 231 9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। बिरयानी गोट कढ़ाई, निहारी चिकन कढ़ाई, बाबा की बीफ कबाब कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੀ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 604 503 7007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 2533217007।
ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਹੀ ਥਾਂ ਤੇ ਜਾਣਾ, ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇੱਕ ਹਰ ਤਰ੍ਹਾਂ ਦਾ ਮੀਟ ਖਰੀਦਣਾ ਚਾਹੋ 18 ਲੋਕੇਸ਼ਨ ਦੇ ਵਿੱਚ, ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ, ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ-ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211, 128 ਸਟਰੀਟ ਐਂਡ 96 ਐਵਨਿਊ, 6045811900, 1539 ਜੌਨਸਨ ਰੋਡ, ਵਾਈਟ ਰੌਕ। फैमिली केयर फार्मेसी। मैं इतनी परेशान हाँ पूरे घर दा फर्नीचर बाय करना। मेरी हमेशा ही फर्नीचर दे मामले च नंबर 1 चॉइस डायरेक्ट फर्नीचर सी। पता नहीं किथे चले गए, लभदे ही नहीं। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ। ਹੁਣ ਤੁਸੀਂ ਹੋ ਜਾਓ ਚਿੰਤਾ ਮੁਕਤ, ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 'ਚ ਨਵੀਂ ਥਾਂ ਦੇ ਉੱਤੇ ਖੁੱਲ ਰਿਹਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 6045725553। ਡਾਇਰੈਕਟ ਫਰਨੀਚਰ। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਫੈਸਲਿਆਂ ਦੀ ਹੈ, ਔਰ ਫੈਸਲੇ ਕਰਨ ਦੇ ਵਿੱਚ ਅਸਮਰਥ ਹੋ ਸਕਣਾ, ਨਾ ਕਰ ਸਕਣਾ, ਗਲਤ ਫੈਸਲਿਆਂ ਦੇ ਡਰ ਹੋਣੇ, ਜਾਂ ਹੋਏ ਹੋਏ ਜਿਹੜੇ ਫੈਸਲੇ ਉਹਨਾਂ ਤੋਂ ਇਨਕਾਰੀ ਹੋਣਾ, ਉਹਨਾਂ ਨੂੰ ਨਾ ਮੰਨਣਾ, ਉਹਨਾਂ ਦੇ ਪਿੱਛੇ ਕੀ ਕੀ ਕਾਰਨ ਹੈ ਜਿਹੜੇ ਹੋ ਸਕਦੇ ਆ। बिल्कुल डिसीजन मेकिंग्स जो है वो उसे हम एक्सेप्ट क्यों नहीं कर सकते। कोई डिसीजंस होते हैं उसे एक्सेप्ट नहीं करते, और अगर हमने रॉन्ग डिसीजन ले लिया तो उसे रिकवर कैसे कर सकते हैं। ये हमने ब्रेक लेने से पहले बात की थी आपसे जी। कहते अगर आपने कोई रॉन्ग डिसीजन लिया है उसे रिकवर करने के लिए आपको सबसे पहले तो उसकी एहसास होना चाहिए, आपको पता होना चाहिए कि आपने ये गलत डिसीजन लिया है। एवरी रॉन्ग डिसीजन हैज़ अ लेसन टू टीच, यानी गलत डिसीजन के बाद अगर आपने एहसास किया तो आपको एक लेसन मिला, आपने एक लेसन टीच किया अपने आप को कि यस ये गलत थी। इसके बाद कहते कि अपने आप को रिकवर फ्रॉम अ रॉन्ग डिसीजन, मूव ऑन। देयर इज नथिंग टू बी गेन्ड बाय ड्वेलिंग ऑन योर मिस्टेक्स। आपने एहसास कर लिया, उसके बाद आगे बढ़ो, रिस्पॉन्सिबिलिटी लो, अपने आप से इसे बातें करो, टॉक इट आउट। किसी से बात कर कर आपको रिकवर रॉन्ग डिसीजन के तसल्ली मिलती है तो किसी से बात करो, किसी से कहो कि हाँ ये गलती मैंने की है। स्टे प्रेजेंट, टेक प्रिवेंटेटिव मेजर्स इन द फ्यूचर, कि अगली बार ये डिसीजंस जो आपने गलत किया है अगली बार इसे दोहराओ ना, मिस्टेक ना करो। याद रखो आपके पास जो अभी है जिसकी वजह से आप अगला डिसीजन में अपने आप को बेहतर कर सकते हो। कई बार हम एक गलत डिसीजन करने के बाद इतना हार जाते हैं कि अपने आप को माफ़ नहीं कर पाते। हम कहते हैं कि हाँ उस वक्त मेरे गलत डिसीजन था, उसको आप टॉर्चर करते रहते हो अपने आप को। वो कहते हैं नो, आपने अगर कोई गलत डिसीजन के बारे में एहसास कर लिया है तो अपने आप को माफ़ कर दो, फॉरगिव योरसेल्फ, मूव अहेड, मूव फॉरवर्ड। लेकिन हाँ कभी कभी हम इतने ज़्यादा ढीठ हो जाते हैं, गलत डिसीजन करने के बाद भी बार बार वही गलती डिसीजंस करते रहते हैं, जिस तरह से हमारे पुलिस ट्रांजिशन की है। We made mistakes and we are still making mistakes. अगर कोई आपको, जिस तरह से मैंने कहा दीदी कि मिनिस्टर्स होते हैं, उनके डिसीजंस जो होते हैं उसे एक्सेप्ट कर लेना चाहिए, उससे एक स्केल पे रख के सोचो कि वो इस तरह से सोच रहे, मेरा सोच ये है, ये मेरे लोगों का सोच है, मैं गलत हूँ, आई शुड एक्सेप्ट इट। पर डिसीजंस को एक्सेप्ट करना इतनी बड़ी प्रॉब्लम हो जाती है लोगों को, ख़ास तौर से हमारे पॉलिटिशियंस को। जिस तरह से म्यूनिसिपल इलेक्शन की बात हम कर रहे थे, हमारे एमपी छलांग लगाए म्यूनिसिपल इलेक्शन में,
हालांकि एक सीट रखा हुआ है एमपी का, लेकिन फिर भी इन्होंने सोचा कि एक और सीट की तरफ ध्यान रखे और उस सीट के लिए आकर इलेक्शन लड़े। जब अपनी औकात पता चल गई कि पूरे सरी में 8,000 लोगों ने ही तुम्हें वोट दी है, तो फिर कहानियां बनना शुरू हो गई। या फिर ये सच्चाई थी कि मुझे तो डग मकलम को हराना था, मैंने हरा दी। हालांकि ये नहीं सोच रहा है कि डग मकलम को हराने के लिए अपनी कितनी बेइज्जती हुई, अपना करियर तबाह हो गया। अपनी रिस्पॉन्सिबिलिटीज में देखो ये किस तरह का सौदा था। क्या हम लोग बस अब किसी को नीचा गिराने के लिए कुछ भी कर सकते हैं, किसी भी तरह के डिसीजंस बना सकते हैं? मुझे तो शर्म आती है कि कई बार सीट जीतने के बाद भी अगर पार्टी ने तुम्हें कोई डिसीजन मेकिंग पोजीशन नहीं दी है तो इसका वजह यही था। और आपने लोगों को बता भी दिया, दिखा भी दिया कि मेरे औकात इतनी ही थी। दिस इज व्हाट माय डिसीजन इज एंड दिस इज हु आई एम, दिस इज व्हाट आई एम। क्या आपको छलांग लगाना चाहिए था सिर्फ ये कहने के लिए मैंने डग मकलम को हराना था? क्या डग मकलम ने आपके साथ किया? किस चीज को आपका छीन लिया डग मकलम ने कि आपने इतना बड़ा स्टेप लिया, अपने करियर तबाह किया और आपने उनको हराने के लिए ये डिसीजन लिए? बहुत सारे इस तरह के सवाल उठ रहे हैं। और डिसीजंस के बारे में जब हम बात करते हैं, चाहे आप एक पॉलिटिकल फिगर हो, चाहे आप एक इंडिविजुअल हो, आपको अपने डिसीजंस बनाने का पूरा हक होता है। लेकिन हाँ, जरूर इस बात को एहसास करो कि इस डिसीजन से कि मैं तबाह ना हो जाऊं, मैं फिनिश ना हो जाऊं, मेरे करियर फिनिश ना हो जाए, मेरी जिंदगी के लोग मुझसे दूर ना हो जाए, मैं अपनी जिंदगी में ऐसी तबाही कर लूं। हमने पहले भी मेंशन किया, मैरिज इज अनदर इम्पोर्टेंट थिंग। अगर हम शादी के फैसला लेते हैं तो कई चीजों के बारे में हम सोचते हैं, कंपैटिबिलिटी देखते हैं। क्या इस शादी से मेरी जिंदगी में खुशियां आएगी या इस शादी से मेरी जिंदगी तबाह होगी? क्या मैं इस शादी से खुश रहूंगा या रोज रोता रहूंगा? ये सारी जो रिस्पॉन्सिबिलिटीज होती है डिसीजंस की, ये आपको देखना पड़ता है, सोचना पड़ता है, समझना पड़ता है बिफोर मेकिंग अ डिसीजन। ਤੁਸੀਂ ਜਿਹੜੀ ਗੱਲ ਕਹੀ ਸੀ ਨਾ ਅੱਛਾ ਨਾ ਵੀ ਮੇਰਾ ਕੀ ਨੁਕਸਾਨ ਹੋਣਾ, ਹਾਂਜੀ ਉਹਦੇ ਬਾਰੇ ਕੀ ਸੋਚਣਾ? ਉਹਦੇ ਬਾਰੇ ਨਾ ਇੱਕ ਕਹਾਵਤ ਹੈ, ਹਾਂਜੀ ਕਹਿੰਦੇ ਪੱਲਿਓਂ ਸੰਗਲ ਦੇ ਦਾਂਗੇ ਪਰ ਗਵਾਂਢੀ ਦੀ ਜਿਹੜੀ ਮੱਝ ਆ ਉਹ ਚੋਰੀ ਹੋਣੀ ਚਾਹੀਦੀ ਹੈ, ਉਹ ਜਾਣੀ ਚਾਹੀਦੀ ਹੈ। ਅੱਛਾ ਪਰ ਗੱਲ ਸੰਗਲ ਤੇ ਹੀ ਨਿਬੜ ਜਾਂਦੀ ਤਾਂ ਵੱਖਰੀ ਹੈ। ਹਾਂ ਹਾਂ ਇੱਥੇ ਤਾਂ ਪੈਰਾਂ ਦੇ ਵਿੱਚੋਂ ਸੋਨੇ ਤੇ ਹੀਰੇ ਦੀਆਂ ਝਾਂਜਰਾਂ ਗਈਆਂ। ਗੱਲ ਤੁਸੀਂ ਸੋਚਦੇ ਹੋ ਕਿ ਲੋਹੇ ਦਾ ਸੰਗਲ ਗਿਆ? ਇਹ ਹਾਲਾਤ ਨੇ ਦੱਸ ਦਿੱਤਾ, ਦਰਸਾ ਦਿੱਤਾ ਕਿ ਲੋਕਾਂ ਦਾ ਭਰੋਸਾ ਹੈ ਜਿਹੜਾ ਨਾ, ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜੀ। ਔਰ ਉਹ ਭਰੋਸਾ ਨੀਅਤ ਦੇ ਉੱਤੇ ਹੁੰਦਾ ਹੈ। ਨੀਅਤ ਦੇਖੋ, ਕਈ ਦਫਾ ਚਾਲਬਾਜ਼ ਲੋਕ ਨਾ ਆਪਣੀਆਂ ਚਲਾਕੀਆਂ ਵਰਕੇ ਲੋਕਾਂ ਨੂੰ ਗਮਰਾਹ ਵੀ ਕਰ ਜਾਂਦੇ ਆ ਜੀ, ਪਰ ਉਹ ਇੱਕ ਅੱਧੀ ਵਾਰੀ ਹੁੰਦਾ ਹੈ। ਔਰ ਉਸ ਤੋਂ ਬਾਅਦ ਦੀ ਜਿਹੜੀ ਗੱਲ ਹੈ, ਜਦੋਂ ਨਸ਼ਰ ਹੋ ਜਾਣਾ ਤੁਹਾਡੀ ਨੀਅਤ ਦਾ, ਕਿਸੇ ਪੋਲੀਟੀਸ਼ੀਅਨ ਦਾ ਲੋਕਾਂ ਦੇ ਹਿੱਤ ਦੇ ਵਿੱਚ ਨੀਅਤ ਦੀ ਜਿਹੜੀ ਖਰਾਬੀ ਹੈ, ਉਹ ਜਦੋਂ ਨਸ਼ਰ ਹੁੰਦੀ ਹੈ ਫਿਰ ਹਾਲਾਤ ਆਹੀ ਹੁੰਦੇ ਆ। ਆਸ਼ਾ ਨਾਲ ਜਿਹੜੀ ਪਿਛਲੀ ਇਲੈਕਸ਼ਨ ਦੇ ਵਿੱਚ ਆਪਾਂ ਦੇਖ ਲਏ, ਪਰਖ ਲਏ, सोच लें। जी बिल्कुल। डिसीजन मेकिंग के बारे में एक ही बात कहकर मैं आप लोगों से इजाज़त चाहूँगी कि दे कैन अ गुड पर्सन मेक बैड डिसीजंस। कभी इंसान बहुत वधिया होता लेकिन बैड डिसीजंस बना लेते हैं। Sometimes good people make bad decisions because they are lacking the right model of a specific task. Other times it's because they are applying the wrong model for a specific situation. Still other times it's simply because they don't know how to use the model correctly to make an effective decision. So इसीलिए अच्छे इंसान भी कभी कभी गलत डिसीजंस बना लेते, और जब बना लेते हैं तो उसे एहसास करके उसे रिवर्स या उसे करेक्ट करने की कोशिश करना चाहिए। इसी के साथ मैं आप सभी से इजाज़त चाहूँगी। आज के इस प्रोग्राम में साथ देने के लिए शुक्रिया। Until next time, goodbye and be safe. ਪ੍ਰੋਗਰਾਮ ਦੇ ਵਿੱਚ ਸਮਾਂ ਤੇ ਸੋਚ ਸਾਂਝੀ ਕਰਨ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ